वाहिगुरु जी का खालसा वाहिगुरु जी की फतेह। बस एक हिंद में तीरथ है यात्रा के लिए, कटाए बाप ने बच्चे जहाँ खुदा के लिए। ਚਮਕੌਰ ਸਾਹਿਬ ਦਾ ਨਾਂ ਸੁਣਦੇ ਹੀ ਹਰ ਸਿੱਖ ਦਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਇਹ ਉਹ ਪਾਕ ਪਵਿੱਤਰ ਧਰਤੀ ਹੈ ਜਿੱਥੇ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1.25 ਲੱਖ ਨਾਲ ਇੱਕ ਨੂੰ ਲੜਾਉਣ ਦਾ ਕੌਤਕ ਰਚਾਇਆ ਸੀ। ਕਲਗੀਆਂ ਵਾਲੇ ਨੇ ਜਿਹੜਾ ਪੂਰਨਾ ਚਮਕੌਰ ਸਾਹਿਬ ਵਿੱਚ ਪਾਇਆ ਹੈ, ਇਤਿਹਾਸ ਇਸ ਦਾ ਨਮੂਨਾ ਹੋਰ ਕਿਤੇ ਨਹੀਂ ਦੱਸਦਾ। ਅਨੰਦਪੁਰ ਸਾਹਿਬ ਦੇ ਘੋਰ ਯੁੱਧ ਪਿੱਛੋਂ ਚਮਕੌਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੱਲੇ ਦੁਲਾਰੇ ਦਾ 1.25 ਲੱਖ ਉੱਤੇ ਭਾਰੂ ਹੋ ਕੇ ਸ਼ਹੀਦੀਆਂ ਪਾਉਣੀਆਂ ਆਪਣੀ ਅਕਾਲੀ ਸ਼ਾਨ ਨੂੰ ਸੈਂਕੜੇ ਗੁਣਾ ਵਧਾ ਕੇ ਦੁਨੀਆ ਭਰ ਵਿੱਚ ਪ੍ਰਕਾਸ਼ ਕਰਦਾ ਹੈ। ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਗੁਰੂ ਜੀ ਦੇ ਪੁੱਤਰਾਂ ਵਰਗੇ ਪਿਆਰੇ 40 ਸਿੰਘ ਸ਼ਹੀਦ ਹੋਏ ਸਨ। ਚਮਕੌਰ ਸਾਹਿਬ ਦਾ ਇਹ ਪਵਿੱਤਰ ਅਸਥਾਨ ਗੁਰੂ ਚਰਨਾਂ ਦੇ ਪਰਮ ਪ੍ਰੀਤਵਾਨ ਸਰਦਾਰ ਹਰਦਿਆਲ ਸਿੰਘ ਜੀ ਬੇਲਾ ਦੀ ਕੋਸ਼ਿਸ਼, ਕੁਰਬਾਨੀ ਅਤੇ ਸਫਲ ਮਾਇਆ ਦਾ ਨਤੀਜਾ ਹੈ। ਉਹਨਾਂ ਨੇ ਇਸ ਪਾਕ ਪਵਿੱਤਰ ਅਸਥਾਨ ਨੂੰ ਲੱਭਿਆ ਅਤੇ ਆਪਣੀ ਨਜ਼ਰ ਦੇ ਸਾਹਮਣੇ ਹੱਥੀਂ ਸੇਵਾ ਕਰਦੇ ਹੋਏ ਇਸ ਦੀ ਉਸਾਰੀ ਕਰਵਾਈ। ਸਰਦਾਰ ਹਰਦਿਆਲ ਸਿੰਘ ਜੀ ਦੇ ਜੀਵਨ ਬਾਰੇ ਦੱਸਣ ਤੋਂ ਪਹਿਲਾਂ ਆਪ ਜੀ ਨੂੰ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ। ਜੇਕਰ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਰਦਾਰ ਹਰਦਿਆਲ ਸਿੰਘ ਜੀ ਬੇਲਾ ਦਾ ਸਬੰਧ ਸਿੰਘਪੁਰੀਆ ਮਿਸਲ ਨਾਲ ਸੀ, ਜਿਸ ਨੂੰ ਕਿ ਫੈਜ਼ਲਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ। ਇਸ ਮਿਸਲ ਦੇ ਬਾਨੀ ਨਵਾਬ ਕਪੂਰ ਸਿੰਘ ਜੀ ਹੋਏ ਹਨ, ਜਿਨ੍ਹਾਂ ਦਾ ਜਨਮ 1697 ਈਸਵੀ ਬਿਕਰਮੀ ਸੰਮਤ 1754 ਨੂੰ ਪਿੰਡ ਕਾਲੇ ਕੇ ਪਰਗਨਾ ਸ਼ੇਖੂਪੁਰਾ ਵਿੱਚ ਚੌਧਰੀ ਦਲੀਪ ਸਿੰਘ ਦੇ ਘਰ ਹੋਇਆ। ਗਿਆਨੀ ਬਿਸ਼ਨ ਸਿੰਘ ਜੀ ਆਪਣੀ ਕਿਤਾਬ ਸੂਰਬੀਰ ਖਾਲਸਾ ਵਿੱਚ ਲਿਖਦੇ ਹਨ ਕਿ ਸਰਦਾਰ ਦਲੀਪ ਸਿੰਘ ਜੀ ਵੀ ਬਹੁਤ ਬਹਾਦਰ ਯੋਧੇ ਹੋਏ ਹਨ। ਉਹਨਾਂ ਨੇ ਬਹੁਤ ਸਾਰੇ ਜੰਗਾਂ ਵਿੱਚ ਹਿੱਸਾ ਲਿਆ। ਅੰਤ ਦਲੀਪ ਸਿੰਘ ਜੀ 1715 ਈਸਵੀ ਬਿਕਰਮੀ ਸੰਮਤ 1772 ਨੂੰ ਮਹਿਰਾਜ ਦੇ ਜੰਗ ਵਿੱਚ ਸ਼ਹੀਦ ਹੋ ਗਏ। ਨਵਾਬ ਕਪੂਰ ਸਿੰਘ ਜੀ ਦਾ ਸਾਰਾ ਜੀਵਨ ਹੀ ਗੁਰੂ ਘਰ ਅਤੇ ਪੰਥ ਨੂੰ ਸਮਰਪਿਤ ਰਿਹਾ। ਆਪ ਜੀ ਨੇ ਬਾਬਾ ਵਿਨੋਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਆਪ ਜੀ ਨੇ ਜਥੇਦਾਰ ਦਰਬਾਰਾ ਸਿੰਘ ਜੀ ਦੀ ਅਗਵਾਈ ਵਿੱਚ ਤੇਗ ਦੇ ਅਦੁੱਤੀ ਜੌਹਰ ਦਿਖਾਏ। ਜਦੋਂ ਭਾਈ ਸੁਬੇਗ ਸਿੰਘ ਜੀ ਜ਼ਕਰੀਆ ਖਾਨ ਦੁਆਰਾ ਭੇਜੀ ਗਈ ਨਵਾਬੀ ਦੀ ਪੇਸ਼ਕਸ਼ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਤਾਂ ਉਸ ਵਕਤ ਪੰਥ ਖਾਲਸੇ ਨੇ ਗੁਰੂ ਮਹਾਰਾਜ ਜੀ ਤੋਂ ਵਾਕ ਲੈਣ ਉਪਰੰਤ ਨਵਾਬੀ ਆਪ ਜੀ ਨੂੰ ਹੀ ਦਿੱਤੀ। ਨਵਾਬੀ ਲੈਣ ਉਪਰੰਤ ਵੀ ਆਪ ਜੀ ਨੇ ਨਿਮਰਤਾ ਨਾਲ ਪੰਥ ਨੂੰ ਬੇਨਤੀ ਕੀਤੀ ਕਿ ਮੈਂ ਪੰਥ ਦੇ ਘੋੜਿਆਂ ਦੀ ਅਤੇ ਹੋਰ ਸੇਵਾ ਪਹਿਲਾਂ ਵਾਂਗ ਹੀ ਕਰਨਾ ਚਾਹੁੰਦਾ ਹਾਂ, ਜਿਸ ਨੂੰ ਪੰਥ ਨੇ ਖੁਸ਼ੀ ਮਨਜ਼ੂਰ ਕਰ ਲਿਆ। ਆਪ ਜੀ ਨੂੰ ਸਿੱਖਾਂ ਦੇ ਪਹਿਲੇ ਨਵਾਬ ਹੋਣ ਦਾ ਮਾਣ ਹਾਸਲ ਹੈ। ਇਸ ਤੋਂ ਇਲਾਵਾ ਲਾਹੌਰ ਦੇ ਤਖਤ 'ਤੇ ਰਾਜ ਕਰਨ ਵਾਲੇ ਪਹਿਲੇ ਸਿੱਖ ਵੀ ਆਪ ਜੀ ਹੀ ਹੋ। 1735 ਈਸਵੀ ਸੰਮਤ 1792 ਦੇ ਕਰੀਬ ਜਥੇਦਾਰ ਦਰਬਾਰਾ ਸਿੰਘ ਜੀ ਤੋਂ ਬਾਅਦ ਆਪ ਜੀ ਅਕਾਲ ਤਖਤ ਦੇ ਜਥੇਦਾਰ ਬਣੇ। ਆਪ ਜੀ ਨੇ ਆਪਣੀ ਸੂਝ-ਬੂਝ ਅਤੇ ਸਿਆਣਪ ਸਦਕਾ ਪੰਥ ਨੂੰ ਸੁਚੱਜੀ ਅਗਵਾਈ ਦਿੱਤੀ। ਸਮੇਂ ਅਤੇ ਪੰਥ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਆਪ ਜੀ ਨੇ ਪੰਥ ਨੂੰ ਪਹਿਲਾਂ 2 ਦਲਾਂ ਤਰਨਾ ਦਲ ਅਤੇ ਬੁੱਢਾ ਦਲ, ਫਿਰ 5 ਜਥਿਆਂ ਅਤੇ ਬਾਅਦ ਵਿੱਚ ਮਿਸਲਾਂ ਵਿੱਚ ਵੰਡਿਆ। ਆਪ ਜੀ ਦੇ ਸਮੇਂ ਸਿੰਘਪੁਰੀਆ ਮਿਸਲ ਦੇ ਅਧੀਨ ਸਤਲੁਜ ਦਰਿਆ ਦੇ ਆਸ-ਪਾਸ ਦੇ ਇਲਾਕੇ ਪੈਂਦੇ ਸਨ। ਆਪ ਜੀ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਬੁੱਢਾ ਦਲ ਅਤੇ ਅਕਾਲ ਤਖਤ ਦਾ ਅਗਲਾ ਜਥੇਦਾਰ ਨਿਯੁਕਤ ਕੀਤਾ। ਅੰਤ 1754 ਈਸਵੀ ਸੰਮਤ 1811 ਨੂੰ ਆਪ ਸੱਚਖੰਡ ਪਿਆਨਾ ਕਰ ਗਏ। ਆਪ ਜੀ ਨੇ ਆਪਣੇ ਜੀਵਨ ਦੇ ਅੰਤਲੇ ਸਮੇਂ ਤੱਕ ਧਰਮ ਪ੍ਰਚਾਰ ਦੇ ਕੰਮ ਨੂੰ ਜਾਰੀ ਰੱਖਿਆ। ਨਵਾਬ ਕਪੂਰ ਸਿੰਘ ਤੋਂ ਬਾਅਦ ਉਹਨਾਂ ਦਾ ਭਤੀਜਾ ਸਰਦਾਰ ਖੁਸ਼ਹਾਲ ਸਿੰਘ ਇਸ ਮਿਸਲ ਦਾ ਸਰਦਾਰ ਬਣਿਆ। ਸਰਦਾਰ ਖੁਸ਼ਹਾਲ ਸਿੰਘ ਵੀ ਨਵਾਬ ਕਪੂਰ ਸਿੰਘ ਵਾਂਗ ਇੱਕ ਬਹਾਦਰ ਅਤੇ ਸੂਝਵਾਨ ਜਰਨੈਲ ਸੀ। ਸਰਦਾਰ ਖੁਸ਼ਹਾਲ ਸਿੰਘ ਨੇ ਸਤਲੁਜ ਦੇ ਆਲੇ ਦੁਆਲੇ ਦੇ ਹੋਰ ਵੀ ਬਹੁਤ ਸਾਰੇ ਨਵੇਂ ਇਲਾਕੇ ਇਸ ਮਿਸਲ ਦੇ ਅਧੀਨ ਕਰ ਲਏ। 1759 ਈਸਵੀ ਸੰਮਤ 1816 ਵਿੱਚ ਆਪ ਨੇ ਲਾਂਬੜਾ ਅਤੇ ਮਾੜਾਵਾਲੀ 'ਤੇ ਕਬਜ਼ਾ ਕੀਤਾ। ਆਪ ਜੀ ਵੀ ਖਾਲਸੇ ਦੀਆਂ ਸਾਰੀਆਂ ਮੁਹਿੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਜਦੋਂ 1764 ਈਸਵੀ ਸੰਮਤ 1821 ਵਿੱਚ
ਖਾਲਸੇ ਨੇ ਸਰਹੰਦ ਫਤਿਹ ਕੀਤੀ। ਉਸ ਸਮੇਂ ਵੀ ਆਪ ਬਹੁਤ ਦਲੇਰੀ ਨਾਲ ਲੜੇ। ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਮਾਰਨ ਵਾਲਾ ਥਰਾਜ ਸਿੰਘ ਵੀ ਆਪ ਜੀ ਦੀ ਮਿਸਲ ਨਾਲ ਹੀ ਸੰਬੰਧਿਤ ਸੀ। ਕੰਦੋਲਾ, ਬੇਲਾ, ਮਨੋਲੀ, ਬਨੂੜ ਆਦਿ ਇਲਾਕੇ ਉੱਤੇ ਆਪ ਜੀ ਨੇ ਇਸੇ ਸਮੇਂ ਦੌਰਾਨ ਕਬਜ਼ਾ ਕੀਤਾ। ਆਪ ਜੀ ਨੇ ਸੰਨ 1768 ਈਸਵੀ ਸੰਮਤ 1825 ਵਿੱਚ ਜਲੰਧਰ ਦੇ ਸ਼ੇਖ ਨਿਜ਼ਾਮੂਦੀਨ ਨੂੰ ਇਸੇ ਪ੍ਰਕਾਰ ਸੰਨ 1771 ਈਸਵੀ ਸੰਮਤ 1828 ਵਿੱਚ ਫਤਿਹ ਖਾਨ ਕਸੂਰੀਏ ਨੂੰ ਹਰਾਇਆ। ਆਪ ਜੀ ਨੇ ਬੁਲੰਦਗੜ੍ਹ, ਹੈਬਤਪੁਰ ਪੱਟੀ, ਨੂਰਪੁਰ ਅਤੇ ਬਹਿਰਾਮਪੁਰ ਆਦਿ ਇਲਾਕੇ ਨੂੰ ਵੀ ਆਪਣੇ ਅਧੀਨ ਕਰ ਲਿਆ। ਆਪ ਜੀ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਸਿੰਘਪੁਰੀਆ ਨਾਮ ਦਾ ਕਟੜਾ ਵੀ ਬਣਵਾਇਆ। 1766 ਈਸਵੀ ਸੰਮਤ 1823 ਵਿੱਚ ਅਬਦਾਲੀ ਦੇ 8ਵੇਂ ਹੱਲੇ ਸਮੇਂ ਆਪ ਤਾਰਾ ਸਿੰਘ ਕੈਬਾ ਨਾਲ ਮਿਲ ਕੇ ਅਬਦਾਲੀ ਨਾਲ ਟੱਕਰ ਲੈਂਦੇ ਰਹੇ। ਨਵਾਬ ਕਪੂਰ ਸਿੰਘ ਵਾਂਗੂ ਹੀ ਸਰਦਾਰ ਖੁਸ਼ਹਾਲ ਸਿੰਘ ਨੇ ਵੀ ਧਰਮ ਪ੍ਰਚਾਰ ਦਾ ਕੰਮ ਜਾਰੀ ਰੱਖਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਅੰਮ੍ਰਿਤ ਛਕਾਇਆ। ਆਪ ਜੀ ਨੇ ਦਿੱਲੀ ਨੂੰ ਜਿੱਤਣ ਵੇਲੇ ਸਰਦਾਰ ਬਘੇਲ ਸਿੰਘ ਦੀ ਵੀ ਮਦਦ ਕੀਤੀ। ਅੰਤ 23 ਚੇਤ ਸੰਨ 1795 ਸੰਮਤ 1852 ਵਿੱਚ ਆਪ ਜੀ ਚੜ੍ਹਾਈ ਕਰ ਗਏ। ਸਰਦਾਰ ਖੁਸ਼ਹਾਲ ਸਿੰਘ ਦੇ 2 ਪੁੱਤਰ ਸਨ, ਸੁੱਧ ਸਿੰਘ ਅਤੇ ਬੁੱਧ ਸਿੰਘ। ਕਿਉਂਕਿ ਸੁੱਧ ਸਿੰਘ 1794 ਈਸਵੀ ਸੰਮਤ 1851 ਵਿੱਚ ਚੜ੍ਹਾਈ ਕਰ ਗਿਆ ਸੀ, ਇਸ ਲਈ ਸਰਦਾਰ ਬੁੱਧ ਸਿੰਘ ਇਸ ਮਿਸਲ ਦਾ ਮੁਖੀਆ ਬਣਿਆ। ਜਿਹੜੇ ਆਵੇ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਦੇ ਸਰੋਵਰ ਲਈ ਬਣਵਾਏ ਸਨ, ਉਹਨਾਂ ਦੀਆਂ ਇੱਟਾਂ ਉੱਥੋਂ ਦੇ ਹਾਕਮ ਨੇ ਚੁੱਕ ਕੇ ਆਪਣੇ ਮਕਾਨ ਬਣਵਾ ਲਏ ਸਨ। ਗੁਰੂ ਜੀ ਨੇ ਬਚਨ ਕੀਤਾ ਸੀ ਕਿ ਇਸ ਸਰੋਵਰ ਨੂੰ ਇਹੋ ਹੀ ਇੱਟਾਂ ਲੱਗਣਗੀਆਂ। ਸਰਦਾਰ ਬੁੱਧ ਸਿੰਘ ਨੇ ਨੂਰਦੀਨ ਦੇ ਮਕਾਨ ਡੇਗ ਕੇ ਇਹ ਇੱਟਾਂ ਵਾਪਸ ਲਿਆ ਕੇ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਈ। ਇਸ ਸੇਵਾ ਉੱਤੇ ਆਪ ਜੀ ਨੇ 1 ਲੱਖ ਰੁਪਈਆ ਆਪਣੇ ਕੋਲੋਂ ਅਲੱਗ ਤੋਂ ਖਰਚ ਕੀਤਾ। ਇਸ ਤੋਂ ਇਲਾਵਾ ਸਰਦਾਰ ਬੁੱਧ ਸਿੰਘ ਜੀ ਨੇ ਮੁਲਤਾਨ, ਕਸੂਰ ਆਦਿ ਜੰਗਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਵੀ ਦਿੱਤਾ। ਸੰਨ 1816 ਈਸਵੀ ਸੰਮਤ 1873 ਵਿੱਚ ਸਰਦਾਰ ਬੁੱਧ ਸਿੰਘ ਚੜ੍ਹਾਈ ਕਰ ਜਾਂਦੇ ਹਨ। ਬੁੱਧ ਸਿੰਘ ਤੋਂ ਬਾਅਦ ਆਪ ਦੀ ਜਾਇਦਾਦ ਆਪ ਦੇ 7 ਪੁੱਤਰਾਂ ਵਿੱਚ ਇਸ ਪ੍ਰਕਾਰ ਵੰਡੀ ਗਈ। ਸਭ ਤੋਂ ਵੱਡੇ ਪੁੱਤਰ ਅਮਰ ਸਿੰਘ ਨੂੰ ਭਰਤਗੜ੍ਹ, ਭੁਪਾਲ ਸਿੰਘ ਨੂੰ ਘਨੌਲੀ, ਗੋਪਾਲ ਸਿੰਘ ਨੂੰ ਮਨੌਲੀ, ਲਾਲ ਸਿੰਘ ਨੂੰ ਬੰਗਾ, ਹਰਦਿਆਲ ਸਿੰਘ ਨੂੰ ਬੇਲਾ, ਗੁਰਦਿਆਲ ਸਿੰਘ ਨੂੰ ਅਟਲਗੜ੍ਹ ਤੇ ਦਿਆਲ ਸਿੰਘ ਨੂੰ ਕੰਧੋਲੇ ਦਾ ਇਲਾਕਾ ਮਿਲਿਆ। ਸਰਦਾਰ ਹਰਦਿਆਲ ਸਿੰਘ ਦੇ ਪੁਰਖਿਆਂ ਦੇ ਜੀਵਨ ਨੂੰ ਵਾਚਿਆਂ ਇਹ ਸਾਫ਼ ਤੌਰ ਤੇ ਪਤਾ ਲੱਗ ਜਾਂਦਾ ਹੈ ਕਿ ਸਰਦਾਰ ਹਰਦਿਆਲ ਸਿੰਘ ਜੀ ਨੂੰ ਸੇਵਾ ਭਾਵਨਾ ਵਿਰਾਸਤ ਵਿੱਚੋਂ ਹੀ ਮਿਲੀ ਸੀ, ਕਿਉਂਕਿ ਆਪ ਜੀ ਦੇ ਵੱਡ ਵਡੇਰੇ ਵੀ ਵੱਧ ਚੜ੍ਹ ਕੇ ਸਿੱਖੀ ਦੀ ਸੇਵਾ ਕਰਦੇ ਰਹੇ ਹਨ। ਸਰਦਾਰ ਹਰਦਿਆਲ ਸਿੰਘ ਜੀ ਚਮਕੌਰ ਸਾਹਿਬ ਤੋਂ 5.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਬੇਲੇ ਕਸਬੇ ਦੇ ਇੱਕ ਰਈਸ ਸਰਦਾਰ ਸਨ। ਸਰਦਾਰ ਹਰਦਿਆਲ ਸਿੰਘ ਬਾਬਤ ਇਹ ਦੱਸਣਯੋਗ ਹੈ ਕਿ ਆਪ ਜੀ ਨਾਮ ਬਾਣੀ ਦੇ ਰਸੀਏ, ਸੇਵਾ ਭਾਵਨਾ ਵਾਲੇ ਪੂਰਨ ਗੁਰਸਿੱਖ ਸਨ। ਆਪ ਦੇ ਹਿਰਦੇ ਵਿੱਚ ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇਸ ਸੇਵਾ ਲਈ ਪ੍ਰੇਰਨਾ ਕੀਤੀ ਅਤੇ ਆਪ ਜੀ ਨੇ ਸ਼ਹੀਦ ਸਿੰਘਾਂ ਦੀ ਵਿਭੂਤੀ ਲੱਭਣ ਲਈ ਖੋਜ ਸ਼ੁਰੂ ਕਰ ਦਿੱਤੀ। ਆਪ ਜੀ ਨੇ ਚੱਪਾ ਚੱਪਾ ਪੁੱਟ ਮਾਰਿਆ, ਖੋਜੀਆਂ ਅਤੇ ਵਾਕਿਫਾਂ ਨੂੰ ਲੱਭਿਆ, ਬਿਰਧ ਇਸਤਰੀ ਪੁਰਸ਼ਾਂ ਤੋਂ ਪਤਾ ਕੀਤਾ, ਸਾਰੀ ਯੁੱਧ ਭੂਮੀ ਦੇ ਪਤੇ ਲਗਾਏ, ਗੜੀ ਲੱਭੀ ਅਤੇ ਉਸ ਜਗ੍ਹਾ ਤੇ ਇਹ ਅਸਥਾਨ ਬਣਵਾਇਆ। ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਨੇ ਕੀਤਾ ਸੀ, ਜਿਨ੍ਹਾਂ ਨੂੰ ਮੁਗਲਾਂ ਨੇ ਜਿਉਂਦਿਆਂ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਸੁਭਾਗੀ ਵਿਭੂਤੀ ਕਿਸੇ ਗੁਰਮੁਖ ਪ੍ਰੇਮੀ ਨੇ ਇਕੱਠੀ ਕਰਕੇ ਇਸ ਅਸਥਾਨ ਤੇ ਦੱਬ ਦਿੱਤੀ ਸੀ, ਜਿੱਥੇ ਇਸ ਵੇਲੇ ਗੁਰਦੁਆਰਾ ਸ਼ਹੀਦਗੰਜ ਜਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਉੱਚੀ ਇਮਾਰਤ ਸੁਸ਼ੋਭਿਤ ਹੈ। ਸਰਦਾਰ ਹਰਦਿਆਲ ਸਿੰਘ ਜੀ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ, ਨਿਤਨੇਮ ਕਰਕੇ ਚਮਕੌਰ ਸਾਹਿਬ ਆਉਂਦੇ। ਆਪ ਜੀ ਲੋੜੀਂਦਾ ਇਮਾਰਤੀ ਸਮਾਨ ਇਕੱਤਰ ਕਰਵਾਉਂਦੇ, ਧਨ ਖਰਚ ਕਰਕੇ ਹੱਥੀਂ ਸੇਵਾ ਸੰਭਾਲ ਕਰਦੇ, ਮਜ਼ਦੂਰਾਂ ਦਾ ਖਰਚਾ ਦਿੰਦੇ। ਇਸ ਤਰ੍ਹਾਂ ਆਪ ਜੀ ਨੇ ਇਸ ਪਵਿੱਤਰ ਅਸਥਾਨ ਦੀ ਉਸਾਰੀ ਨੂੰ ਮੁਕੰਮਲ ਕਰਵਾਇਆ, ਜਿੱਥੇ ਇਹ ਇੱਕ ਅਨੋਖਾ ਜੰਗ ਹੋਇਆ ਸੀ, ਜਿਸ ਵਿੱਚ ਇੱਕ ਪਾਸੇ ਕਈ ਦਿਨਾਂ ਦੇ ਭੁੱਖੇ ਪਿਆਸੇ 40 ਸਿੰਘ ਤੇ ਇੱਕ ਪਾਸੇ 10 ਲੱਖ ਸਰਕਾਰੀ ਫੌਜ ਸੀ, ਜਿਨ੍ਹਾਂ ਕੋਲ ਉਸ ਸਮੇਂ ਦੇ ਅਨੁਸਾਰ ਹਰ ਸੁੱਖ ਸਹੂਲਤ ਮੌਜੂਦ ਸੀ। ਪਰ ਗੁਰੂ ਜੀ ਦੇ ਸਿੰਘ ਉਸ ਬਹਾਦਰੀ, ਹਿੰਮਤ ਤੇ ਦਲੇਰੀ ਨਾਲ ਲੜੇ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ।
ਪਰ ਖਾਲਸੇ ਦੀ ਇਸ ਜੰਗ ਨੇ ਨਾ ਕੇਵਲ ਉਸ ਸਮੇਂ ਦੇ ਹਾਲਾਤਾਂ ਨੂੰ ਬਦਲਿਆ, ਬਲਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲਦਾ ਹੈ। ਚਮਕੌਰ ਜਾਂ ਕੱਚੀ ਗੜੀ ਸਿੱਖਾਂ ਲਈ ਅੱਜ ਵੀ ਜੋਸ਼, ਜਜ਼ਬੇ ਜਾਂ ਧਰਮ ਹੇਤ ਸ਼ਹੀਦ ਹੋਣ ਦਾ ਦੂਜਾ ਨਾਂ ਹੈ। ਜਦੋਂ ਵੀ ਖਾਲਸੇ ਤੇ ਭੀੜ ਬਣੀ ਅਤੇ ਸਿੱਖਾਂ ਨੂੰ ਵੈਰੀਆਂ ਨੇ ਘੇਰਿਆ ਤਾਂ ਸਿੰਘਾਂ ਨੇ ਚਮਕੌਰ ਦੀ ਗੜੀ ਨੂੰ ਯਾਦ ਕਰਕੇ ਐਸੇ ਹੱਥ ਦਿਖਾਏ ਜੋ ਦੁਸ਼ਮਣ ਨੂੰ ਸਦੀਆਂ ਤੱਕ ਨਹੀਂ ਭੁੱਲਣੇ। ਅਜਿਹੀਆਂ ਘਟਨਾਵਾਂ ਦਾ ਜ਼ਿਕਰ ਇੱਕ ਜਾਂ ਦੋ ਵਾਰ ਨਹੀਂ ਬਲਕਿ ਅਨੇਕਾਂ ਵਾਰ ਮਿਲਦਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਲੋਕਾਈ ਦੰਗ ਰਹਿ ਜਾਂਦੀ ਹੈ। ਚਮਕੌਰ ਸ਼ਬਦ ਨੇ 1704 ਈਸਵੀ ਤੋਂ ਲੈ ਕੇ ਅੱਜ ਤੱਕ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਹੈ। ਚਮਕੌਰ ਸਾਹਿਬ ਨੇ ਨਾ ਕੇਵਲ ਜੰਗਾਂ ਯੁੱਧਾਂ ਵੇਲੇ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ੀ, ਬਲਕਿ ਪੁਰਾਣੇ ਵੇਲਿਆਂ ਤੋਂ ਲੈ ਕੇ ਅੱਜ ਤੱਕ ਸ਼ਹੀਦਾਂ ਦੇ ਇਸ ਸਥਾਨ ਤੋਂ ਹਰ ਰੋਜ਼ ਹੀ ਮੁਰਦਿਆਂ ਨੂੰ ਨਵਾਂ ਜੀਵਨ ਮਿਲਦਾ ਰਿਹਾ ਹੈ। ਇਸ ਤੀਰਥ ਸਥਾਨ ਦਾ ਜਾਂ ਸ਼ਹੀਦੀ ਅਸਥਾਨ ਦਾ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਕਿੰਨਾ ਵੱਡਾ ਮਹੱਤਵ ਹੈ, ਇਹ ਤਾਂ ਸਾਡੇ ਨਾਲੋਂ ਬਿਹਤਰ ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕ ਹੀ ਦੱਸ ਸਕਦੇ ਹਨ। ਪਰ ਧਰਮ ਤੋਂ ਕੁਰਬਾਨ ਹੋਣ ਵਾਲਿਆਂ ਦੇ ਸ਼ਹੀਦ ਹੋਣ ਦੀ ਜਗ੍ਹਾ ਕਿੰਨੀ ਪਵਿੱਤਰ ਹੁੰਦੀ ਹੈ, ਇਸ ਦੇ ਬਾਰੇ ਦੱਸਦਾ ਹੋਇਆ ਇੱਕ ਵਿਦਵਾਨ ਕਹਿੰਦਾ ਹੈ ਕਿ शहादत का कतरा खून में छिपा ईमान होता है, जो जुल्म को ले डूबे वही सैलाबे तूफान होता है। शहीदों की कत्लगाह से क्या बेहतर है काबा, शहीदों की खाक पे तो खुदा भी कुर्बान होता है। विद्वान शायर ਦੀਆਂ ਇਹਨਾਂ ਸਤਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖਾਂ ਲਈ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰਨੇ ਕਿੰਨੀ ਅਹਿਮੀਅਤ ਰੱਖਦੇ ਹਨ। ਇਸ ਧਰਮ ਅਸਥਾਨ ਦੀ ਆਰੰਭਤਾ ਵਾਲੇ ਦਿਨ ਸੰਗਤ ਨੇ ਸਰਦਾਰ ਹਰਦਿਆਲ ਸਿੰਘ ਨੂੰ ਉਹਨਾਂ ਦੀ ਸੇਵਾ ਬਦਲੇ ਸਿਰੋਪਾਓ ਦੇਣ ਦੀ ਕੋਸ਼ਿਸ਼ ਕੀਤੀ, ਜੋ ਇਹਨਾਂ ਨੇ ਨਿਮਰਤਾ ਸਾਹਿਤ ਅਸਵੀਕਾਰ ਕਰ ਦਿੱਤੀ। ਸਮਾਪਤੀ ਉਪਰੰਤ ਗ੍ਰੰਥੀ ਸਿੰਘ ਜਦੋਂ ਅਰਦਾਸ ਕਰਨ ਲਈ ਖੜਾ ਹੋਇਆ ਤਾਂ ਆਪ ਜੀ ਨੇ ਅਰਦਾਸੀਏ ਸਿੰਘ ਦੇ ਕੰਨ ਵਿੱਚ ਬੇਨਤੀ ਕੀਤੀ ਅਤੇ ਆਪਣੇ ਲਈ ਇੱਕ ਅਰਦਾਸ ਕਰਨ ਲਈ ਕਿਹਾ ਕਿ ਭਾਈ ਸਾਹਿਬ, ਦਸਮ ਪਾਤਸ਼ਾਹ ਕਲਗੀਆਂ ਵਾਲੇ ਕੋਲ ਬੇਨਤੀ ਕਰੋ ਕਿ ਮੇਰਾ ਹਰਦਿਆਲ ਸਿੰਘ ਦਾ ਕੱਖ ਨਾ ਰਹੇ, ਮੇਰੀ ਕੋਈ ਔਲਾਦ ਨਾ ਹੋਵੇ, ਮੇਰਾ ਬੰਸ ਨਾਸ ਹੋ ਜਾਵੇ। ਗ੍ਰੰਥੀ ਸਿੰਘ ਇੱਕਦਮ ਠਠੰਬਰ ਗਿਆ ਅਤੇ ਅਜਿਹੀ ਅਰਦਾਸ ਕਰਨ ਤੋਂ ਮਨਾ ਕਰ ਦਿੱਤਾ। ਉਪਰੰਤ ਸਰਦਾਰ ਹਰਦਿਆਲ ਸਿੰਘ ਜੀ ਨੇ ਉੱਠ ਕੇ ਆਪ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ। ਇਹ ਅਰਦਾਸ ਸੁਣ ਕੇ ਸੰਗਤ ਹੈਰਾਨ ਹੋ ਗਈ। ਸੰਗਤਾਂ ਦੇ ਨੇਤਰਾਂ ਵਿੱਚ ਹੰਝੂਆਂ ਦਾ ਦਰਿਆ ਵਹਿ ਤੁਰਿਆ। ਸੰਗਤ ਦੁਆਰਾ ਅਜਿਹੀ ਹੈਰਾਨੀਜਨਕ ਅਰਦਾਸ ਕਰਨ ਦਾ ਕਾਰਨ ਪੁੱਛਣ ਤੇ ਭਾਈ ਸਾਹਿਬ ਨੇ ਉੱਤਰ ਦਿੱਤਾ, ਗੁਰਮੁਖੋ, ਇਹ ਸ਼ਹੀਦਗੰਜ ਪੰਥ ਦੀ ਸਾਂਝੀ ਚੀਜ਼ ਹੈ। ਜੇ ਮੇਰੀ ਔਲਾਦ ਹੋਈ ਤਦ ਉਹ ਇਸ ਉੱਪਰ ਮਾਲਕੀ ਜਤਾਏਗੀ। ਹਾਲਾਂਕਿ ਮਾਇਆ ਕਲਗੀਆਂ ਵਾਲੇ ਦੀ ਲੱਗੀ, ਸੇਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਕਰਵਾਈ ਹੈ, ਉਦਮ ਸਤਿਗੁਰ ਜੀ ਨੇ ਆਪ ਬਖਸ਼ਿਆ ਹੈ। ਨਾ ਮੇਰੀ ਔਲਾਦ ਹੋਵੇ, ਨਾ ਕੋਈ ਅਪਣੱਤ ਜ਼ਾਹਰ ਕਰੇ। ਅਸਥਾਨ ਕਲਗੀਆਂ ਵਾਲੇ ਦਾ ਹੀ ਰਹੇ, ਅਸਥਾਨ ਪੰਥ ਦਾ ਸਾਂਝਾ ਰਹੇ। ਸੋ ਅੱਜ ਆਪ ਜੀ ਦੀ ਕੋਈ ਬੰਸ ਨਹੀਂ ਹੈ। ਆਪ ਜੀ ਦੀ ਜ਼ਮੀਨ ਕੰਦੋਲਾ ਅਤੇ ਮਨੋਲੀ ਪਿੰਡਾਂ ਵਿੱਚ ਵੰਡੀ ਗਈ। ਆਪ ਜੀ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਜੀ ਦੇ ਇਰਦ ਗਿਰਦ ਦੀ ਇਮਾਰਤ ਬਣਵਾਈ, ਨੇੜੇ ਇੱਕ ਬੌਲੀ ਵੀ ਲਗਵਾਈ, ਕੁਝ ਜ਼ਮੀਨ ਵੀ ਗੁਰਦੁਆਰਾ ਸਾਹਿਬ ਨਾਲ ਜੋੜੀ। ਗੁਰਦੁਆਰਾ ਦਮਦਮਾ ਸਾਹਿਬ ਜੀ ਦੀ ਸੇਵਾ ਵੀ ਆਪ ਜੀ ਨੇ ਹੀ ਕਰਵਾਈ। ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਬਣਾਈ ਗਈ ਬੌਲੀ ਉੱਤੇ ਇਹ ਲਿਖਿਆ ਮਿਲਦਾ ਹੈ ਕਿ ਇਸ ਬੌਲੀ ਦੀ ਸੇਵਾ ਸੰਨ 1831 ਈਸਵੀ ਸੰਮਤ 1888 ਵਿੱਚ ਸਰਦਾਰ ਹਰਦਿਆਲ ਸਿੰਘ ਬੇਲੇ ਵਾਲਿਆਂ ਦੁਆਰਾ ਕਰਵਾਈ ਗਈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਦਾਰ ਜੀ ਦੁਆਰਾ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਵੀ ਇਸੇ ਸੰਨ ਵਿੱਚ ਕਰਵਾਈ ਗਈ ਹੋਵੇਗੀ। ਜ਼ਿਕਰਯੋਗ ਹੈ ਕਿ ਸਿੰਘਪੁਰੀਏ ਸਰਦਾਰਾਂ ਦੇ ਸਾਰੇ ਕਿਲਿਆਂ ਵਿੱਚ 24 ਘੰਟੇ ਸਰਬੱਤ ਮਾਈ ਭਾਈ ਵਾਸਤੇ ਲੰਗਰ ਵਰਤਦੇ ਸਨ। ਇਸ ਤੋਂ ਇਲਾਵਾ 7 ਕਿਲਿਆਂ ਵਿੱਚ ਸਕੂਲ ਵੀ ਖੋਲ੍ਹੇ ਗਏ। ਸਿੰਘਪੁਰੀਆ ਸਰਦਾਰਾਂ ਦੁਆਰਾ ਗੁਰਦੁਆਰਾ ਜੰਡ ਸਾਹਿਬ ਅਤੇ ਗੁਰਦੁਆਰਾ ਪਰਿਵਾਰ ਵਿਛੋੜਾ ਅਤੇ ਇਸ ਇਲਾਕੇ ਵਿੱਚ ਪੈਂਦੇ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ ਦੀ ਸੇਵਾ ਕਰਵਾਈ ਗਈ। ਅਸੀਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਖਾਲਸਾ ਰਾਜ ਲਾਹੌਰ ਦੀ ਫੌਜ ਵੱਲੋਂ ਅੰਗਰੇਜ਼ਾਂ ਅਤੇ ਹਿੰਦੁਸਤਾਨੀ ਰਾਜਿਆਂ ਦੀਆਂ ਫੌਜਾਂ ਖਿਲਾਫ ਲੜੇ ਗਏ ਜੰਗਾਂ ਦੌਰਾਨ ਸਿੰਘਪੁਰੀਏ ਸਰਦਾਰਾਂ ਦੁਆਰਾ ਅੰਗਰੇਜ਼ਾਂ ਦੀ ਮਦਦ ਨਾ ਕਰਨ ਦੇ ਕਾਰਨ ਅੰਗਰੇਜ਼ਾਂ ਨੇ ਸਿੰਘਪੁਰੀਏ ਸਰਦਾਰਾਂ ਦੇ ਅਸਰ ਰਸੂਖ ਅਤੇ ਤਾਕਤ ਨੂੰ ਘਟਾਉਣ ਲਈ ਕਾਫੀ ਕਰੜਾਈਆਂ ਦੇ ਨਾਲ ਇਹਨਾਂ ਸਰਦਾਰਾਂ ਉੱਤੇ ਕਾਫੀ ਪਾਬੰਦੀਆਂ ਵੀ ਲਗਾ ਦਿੱਤੀਆਂ।
ਜਿਸ ਦਾ ਵੇਰਵਾ ਅੰਗਰੇਜ਼ ਲਿਖਾਰੀਆਂ ਦੁਆਰਾ ਲਿਖੀਆਂ ਕਿਤਾਬਾਂ ਵਿੱਚ ਵੀ ਮਿਲਦਾ ਹੈ। ਵੀਡੀਓ ਜ਼ਿਆਦਾ ਲੰਬੀ ਹੋਣ ਦੇ ਕਾਰਨ ਅਸੀਂ ਇਸ ਵੀਡੀਓ ਵਿੱਚ ਸਿੰਘਪੁਰੀਏ ਸਰਦਾਰਾਂ ਦੇ ਅਗਲੇ ਵੰਸ਼ਜਾਂ ਦਾ ਜ਼ਿਕਰ ਨਹੀਂ ਕਰ ਸਕਦੇ। ਅਸੀਂ ਭਵਿੱਖ ਵਿੱਚ ਅਗਲੇ ਵੰਸ਼ਜਾਂ ਬਾਰੇ ਅਲੱਗ ਤੋਂ ਵੀਡੀਓ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇਕਰ ਆਪ ਜੀ ਨੂੰ ਵੀ ਸਿੰਘਪੁਰੀਆ ਮਿਸਲ ਜਾਂ ਇਸ ਮਿਸਲ ਨਾਲ ਸੰਬੰਧਿਤ ਦਸਤਾਵੇਜ਼ਾਂ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਹੈ ਤਾਂ ਆਪ ਜੀ ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ ਤਾਂ ਜੋ ਇਸ ਮਿਸਲ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਸਕੇ। ਜੇਕਰ ਗੱਲ ਕਰੀਏ ਸਰਦਾਰ ਹਰਦਿਆਲ ਸਿੰਘ ਜੀ ਤੋਂ ਬਾਅਦ ਇਸ ਅਸਥਾਨ ਦੀ ਸੇਵਾ ਕਰਵਾਉਣ ਵਾਲਿਆਂ ਦੀ, ਤਾਂ ਇਤਿਹਾਸਿਕ ਸਰੋਤਾਂ ਵਿੱਚ ਲਿਖਿਆ ਮਿਲਦਾ ਹੈ ਕਿ ਰਾਜਾ ਭੂਪ ਸਿੰਘ ਰੋਪੜ ਵਾਲੇ ਵੱਲੋਂ 300 ਰੁਪਏ ਸਾਲਾਨਾ ਜ਼ਕੀਰ ਪਿੰਡ ਰਾਏਪੁਰ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਨਾਂ ਲਗਵਾਈ ਗਈ। ਇਸ ਤੋਂ ਇਲਾਵਾ ਪਟਿਆਲੇ ਵਾਲੇ ਰਾਜਾ ਅਮਰ ਸਿੰਘ ਦਾ ਵੀ ਇਨ੍ਹਾਂ ਸਥਾਨਾਂ ਦੀ ਸੇਵਾ ਵਿੱਚ ਕਾਫੀ ਯੋਗਦਾਨ ਰਿਹਾ। ਪਟਿਆਲਾ ਰਿਆਸਤ ਵੱਲੋਂ ਵੀ 661 ਰੁਪਏ ਸਾਲਾਨਾ ਗੁਰਦੁਆਰਾ ਸਾਹਿਬ ਵਾਸਤੇ ਮਿਲਦੇ ਰਹੇ ਹਨ। ਚਮਕੌਰ ਸਾਹਿਬ ਵਿਖੇ ਹੀ ਸੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਸਰਦਾਰ ਧਰਮ ਸਿੰਘ ਜੀ ਠੇਕੇਦਾਰ ਦਿੱਲੀ ਵਾਲਿਆਂ ਨੇ ਹਜ਼ਾਰਾਂ ਰੁਪਏ ਖਰਚ ਕਰਕੇ ਕਰਵਾਈ। ਇਸ ਤੋਂ ਇਲਾਵਾ ਸੰਨ 1964 ਦੇ ਲਗਭਗ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਦੀ ਸੇਵਾ ਕਰਵਾਈ ਗਈ। ਉਸ ਵੇਲੇ ਤੱਕ ਸੁਭਾਗੀ ਵਿਭੂਤੀ ਇੱਥੇ ਮੌਜੂਦ ਸੀ। ਜੇਕਰ ਗੱਲ ਕਰੀਏ ਸਿੰਘਪੁਰੀਆ ਮਿਸਲ ਅਤੇ ਸਰਦਾਰ ਹਰਦਿਆਲ ਸਿੰਘ ਜੀ ਬੇਲਾ ਨਾਲ ਸੰਬੰਧਿਤ ਯਾਦਗਾਰਾਂ ਦੀ, ਤਾਂ ਪਿੰਡ ਲਾਂਬੜਾ ਜ਼ਿਲ੍ਹਾ ਜਲੰਧਰ ਵਿੱਚ ਸਰਦਾਰ ਹਰਦਿਆਲ ਸਿੰਘ ਜੀ ਦੇ ਦਾਦਾ ਜੀ ਸਰਦਾਰ ਖੁਸ਼ਹਾਲ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਨਾਮ ਗੁਰਦੁਆਰਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਲਾਂਬੜਾ ਹੈ। ਇਸ ਤੋਂ ਇਲਾਵਾ ਇਸੇ ਪਿੰਡ ਵਿੱਚ ਬਾਬਾ ਖੁਸ਼ਹਾਲ ਸਿੰਘ ਜੀ ਦੇ ਨਾਮ ਤੇ ਹੀ ਇੱਕ ਸਕੂਲ ਤੇ ਇੱਕ ਡਿਸਪੈਂਸਰੀ ਵੀ ਹੈ। ਸਰਦਾਰ ਖੁਸ਼ਹਾਲ ਸਿੰਘ ਜੀ ਦੇ ਨਾਮ ਤੇ ਹੀ ਇਸੇ ਪਿੰਡ ਵਿੱਚ ਇੱਕ ਕਾਲਜ ਖੋਲ੍ਹਣ ਦੀ ਤਿਆਰੀ ਵੀ ਚੱਲ ਰਹੀ ਹੈ। ਬੇਲਾ ਤੋਂ ਜਟਾਣੇ ਪਿੰਡ ਨੂੰ ਜਾਂਦੀ ਸੜਕ ਉੱਤੇ ਸਰਦਾਰ ਹਰਦਿਆਲ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ, ਜਿਸ ਯਾਦਗਾਰ ਦੀਆਂ ਫੋਟੋਆਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ। ਇਹ ਯਾਦਗਾਰ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰਾ ਵਾਲਿਆਂ ਨੇ ਬਣਵਾਈ ਸੀ। ਸਰਦਾਰ ਹਰਦਿਆਲ ਸਿੰਘ ਜੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਨਾਂ ਦਾ ਕਿਲਾ ਮਨੌਲੀ ਵਾਲੇ ਸਰਦਾਰਾਂ ਦੇ ਹਿੱਸੇ ਆ ਗਿਆ ਸੀ, ਜਿਸ ਨੂੰ ਕਿ ਸਰਦਾਰ ਉਮਰਾਓ ਸਿੰਘ ਮਨੌਲੀ ਵਾਲਿਆਂ ਨੇ ਮਹਾਰਾਣੀ ਸਤਿੰਦਰ ਕੌਰ ਸਕੂਲ ਦੀ ਇਮਾਰਤ ਲਈ ਦਾਨ ਦੇ ਵਿੱਚ ਦੇ ਦਿੱਤਾ ਸੀ। ਇਸ ਤੋਂ ਇਲਾਵਾ ਇਸੇ ਮਿਸਲ ਨਾਲ ਸੰਬੰਧਿਤ ਕਿਲਾ ਭਰਤਗੜ੍ਹ ਵਿੱਚ ਵੀ ਮੌਜੂਦ ਹੈ, ਜਿਸ ਦੀ ਦੇਖਰੇਖ ਸਰਦਾਰ ਹਰਦਿਆਲ ਸਿੰਘ ਜੀ ਦੇ ਭਰਾ ਦੇ ਵੰਸ਼ਜ ਸਰਦਾਰ ਦੀਪਿੰਦਰ ਸਿੰਘ ਜੀ ਕਰ ਰਹੇ ਹਨ। ਇਸ ਤੋਂ ਇਲਾਵਾ ਪਿੰਡ ਮਨੌਲੀ ਨੇੜੇ ਮੁਹਾਲੀ ਅਤੇ ਪਿੰਡ ਕਦੋਲਾ ਵਿੱਚ ਸਿੰਘਪੁਰੀਆ ਮਿਸਲ ਨਾਲ ਸੰਬੰਧਿਤ ਇੱਕ ਕਿਲਾ ਮੌਜੂਦ ਹੈ। ਅਸੀਂ ਸਰਦਾਰ ਹਰਦੀਪਿੰਦਰ ਸਿੰਘ ਜੀ ਕੰਦੋਲਾ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਸਰਦਾਰ ਦਿਆਲ ਸਿੰਘ ਅਤੇ ਸਿੰਘਪੁਰੀਆ ਮਿਸਲ ਬਾਰੇ ਬਹੁਤ ਸਾਰੀ ਜਾਣਕਾਰੀ ਮੁਹੱਈਆ ਕਰਵਾਈ। ਸਰਦਾਰ ਹਰਦੀਪਿੰਦਰ ਸਿੰਘ ਜੀ ਵੀ ਸਰਦਾਰ ਹਰਦਿਆਲ ਸਿੰਘ ਦੇ ਭਰਾ ਸਰਦਾਰ ਦਿਆਲ ਸਿੰਘ ਜੀ ਕੰਦੋਲਾ ਦੇ ਵੰਸ਼ਜ ਹਨ। ਅੰਤ ਵਿੱਚ ਅਸੀਂ ਸੰਗਤਾਂ ਨੂੰ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਸਾਰੀ ਸੰਗਤ ਨੂੰ ਮਿਲ ਕੇ ਇਸ ਮਿਸਲ ਨਾਲ ਸੰਬੰਧਿਤ ਯਾਦਗਾਰਾਂ ਅਤੇ ਇਤਿਹਾਸ ਦੀ ਸੰਭਾਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਹ ਸਾਡੇ ਵੱਡ ਵਡੇਰਿਆਂ ਦੁਆਰਾ ਕੀਤੇ ਗਏ ਰਾਜ ਅਤੇ ਉਹਨਾਂ ਦੁਆਰਾ ਘਾਲੀ ਗਈ ਅਣਥੱਕ ਘਾਲਣਾ ਦੀ ਯਾਦ ਦਿਵਾਉਂਦੀਆਂ ਹਨ। ਇਹਨਾਂ ਨੇ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਸੇਧ ਦੇਣੀ ਹੈ। ਇਹ ਇਤਿਹਾਸ ਜਿੱਥੇ ਸਾਨੂੰ ਇੱਕ ਪਾਸੇ ਸਾਡੇ ਪੁਰਖਿਆਂ ਦੁਆਰਾ ਅਣਥੱਕ ਤੇਗ ਚਲਾ ਕੇ ਆਪਣਾ ਲਹੂ ਵਹਾ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਲਏ ਗਏ ਰਾਜ ਬਾਰੇ ਦੱਸਦਾ ਹੈ, ਉੱਥੇ ਹੀ ਗੁਰੂ ਪ੍ਰੇਮ ਵਿੱਚ ਭਿੱਜੇ ਹੋਏ ਮਹਾਨ ਤਿਆਗਵਾਨ ਸੇਵਾ ਦੀ ਮੂਰਤ ਸਰਦਾਰ ਹਰਦਿਆਲ ਸਿੰਘ ਜੀ ਵਰਗੇ ਗੁਰਸਿੱਖਾਂ ਬਾਰੇ ਵੀ ਦੱਸਦਾ ਹੈ। ਸਾਨੂੰ ਅਜਿਹੇ ਹੋਰ ਵੀ ਗੁਰਸਿੱਖਾਂ ਦੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ਕਿਉਂਕਿ ਇਹਨਾਂ ਗੁਰਸਿੱਖਾਂ ਦੇ ਇਤਿਹਾਸ ਨੇ ਹੀ ਜੋਸ਼, ਜਜ਼ਬੇ, ਬਹਾਦਰੀ, ਸੂਰਬੀਰਤਾ, ਗੁਰੂ ਪ੍ਰਤੀ ਪ੍ਰੇਮ, ਤਿਆਗ, ਵਿਰਾਗ ਨੂੰ ਜਨਮ ਦੇਣਾ ਹੈ, ਜਿਸ ਨੇ ਅੱਗੇ ਜਾ ਕੇ ਪੰਥ ਦੀ ਸੇਵਾ ਕਰਨੀ ਹੈ। ਅਸਲ ਮਾਇਨਿਆਂ ਵਿੱਚ ਇਹ ਮਹਾਨ ਗੁਰਸਿੱਖ ਹੀ ਸਾਡੇ ਰੋਲ ਮਾਡਲ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।